ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਔਰਤ ਕਿਸਾਨ ਸੰਸਦ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਜਿਹੜਾ ਹੈਗਾ 8 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਤੇ ਇਸੇ ਦੌਰਾਨ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਸੰਸਦ ਦੇ ਮੌਨਸੂਨ ਸੈਸ਼ਨ ਦੇ ਬਰਾਬਰ ਕਿਸਾਨ ਸੰਸਦ ਚਲਾਉਣ ਦਾ ਐਲਾਨ ਕਰਦਾ ਹੈ। ਇਸ ਸੰਸਦ ਦੌਰਾਨ ਜਿਹੜਾ ਹੈਗਾ ਕਿਸਾਨ ਸੰਸਦ ਦੌਰਾਨ ਇੱਕ ਦਿਨ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਸ ਦਿਨ ਕਿਸਾਨ ਸੰਸਦ ਦੀ ਸਾਰੀ ਕਾਰਵਾਈ ਔਰਤਾਂ ਕਰਦੀਆਂ ਨੇ। ਅਸੀਂ ਜਾਣਨਾ ਚਾਹਾਂਗੇ ਇੱਕ ਔਰਤ ਕਿਸਾਨ ਸੰਸਦ ਦਾ ਦਿਨ ਕਿਸ ਤਰ੍ਹਾਂ ਦਾ ਰਿਹਾ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਉਹਦੇ ਵਿੱਚ ਇਹ ਹੈ ਕਿ ਪਹਿਲਾਂ ਤਾਂ ਇਹੀ ਆਪਣੇ ਆਪ 'ਚ ਇੱਕ ਵੱਡਾ ਕਦਮ ਸੀ ਜਿਹਨੂੰ ਦੇਖਿਆ ਜਾ ਰਿਹਾ ਜਮਹੂਰੀਅਤ ਦੇ ਬਹੁਤ ਇੱਕ ਫੈਲਾਅ ਦੇ ਐਂਗਲ ਤੋਂ, ਇੱਕ ਚੇਤਨਾ ਦੇ ਐਂਗਲ ਤੋਂ, ਕਿ ਤੁਸੀਂ ਇੱਕ ਮੁਤਵਾਜੀ ਸੰਸਦ ਚਲਾ ਰਹੇ ਹੋ, ਪੈਰਲਲ ਸੰਸਦ ਚਲਾ ਰਹੇ ਹੋ ਆਪਣੇ ਲੈਵਲ 'ਤੇ। ਨਾਰਮਲੀ ਇਹ ਵਿਦੇਸ਼ਾਂ ਦੇ ਵਿੱਚ ਜਿਹੜੇ ਡਿਵੈਲਪਡ ਕੰਟਰੀ ਜਿਹਨੇ ਵਿਕਸਿਤ ਦੇਸ਼ ਨੇ ਉੱਥੇ ਦੇਖਿਆ ਜਾਂਦਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਨਾਰਮਲੀ ਆਪਣਾ ਨਾ ਇੱਕ ਇਸ ਲੈਵਲ ਦੇ ਮੰਤਰੀ ਮੰਡਲ ਬਣਾ ਕੇ ਰੱਖਦੀਆਂ ਨੇ, ਮਤਲਬ ਪੈਰਲਲ ਇੱਕ ਮਸਨੂਈ ਟਾਈਪ ਦਾ, ਕਿ ਉਹ ਫਿਰ ਉਹ ਬਿਆਨ ਵੀ ਤਾਂ ਹੀ ਦਿੰਦੇ ਨੇ। ਜਿਹੜਾ ਫਾਈਨਾਂਸ ਮਿਨਿਸਟਰ ਹੁੰਦਾ ਉਹਦੇ ਪੈਰਲਲ ਇੱਕ ਆਪਣਾ ਫਾਈਨਾਂਸ ਮਿਨਿਸਟਰ ਬਣਾ ਕੇ ਰੱਖਦੇ ਨੇ। ਜਿਹੜਾ ਕੋਈ ਡਿਫੈਂਸ ਮਿਨਿਸਟਰ ਹੁੰਦਾ ਆਪਣਾ ਡਿਫੈਂਸ, ਤਾਂ ਉਹੀ ਬਿਆਨ ਦਿੰਦਾ, ਉਹ ਸਟੱਡੀ ਕਰਦਾ, ਉਨੀ ਉਹ ਆਪਣੇ ਤਰੀਕੇ ਨਾਲ ਗੱਲ ਕਰਦਾ। ਸਾਡੇ ਇਹ ਰਿਵਾਜ ਪੋਲੀਟੀਕਲੀ ਨਹੀਂ ਹੈ, ਪਰ ਸਾਡੇ ਇਹ ਜਿਹੜੀ ਕਿਸਾਨਾਂ ਨੇ ਕੀਤੀ ਹੈ ਸੰਸਦ ਦੇ ਰੂਪ ਦੇ ਵਿੱਚ, ਇਹ ਵੀ ਇੱਕ ਨਿਵੇਕਲੀ ਚੀਜ਼ ਹੈ ਕਿ ਤੁਸੀਂ ਆਪਣੇ ਮੁੱਦੇ ਕਿਸ ਤਰੀਕੇ ਨਾਲ ਹੱਲ ਕਰਨੇ ਨੇ, ਕਿਵੇਂ ਇੰਪੈਕਟ ਪਾਉਣਾ। ਜਿਹੜਾ 26 ਤਰੀਕ ਨੂੰ, ਕਿਉਂਕਿ 8 ਮਹੀਨੇ ਪੂਰੇ ਹੋਏ ਸੀ ਦਿੱਲੀ ਦੀਆਂ ਬਰੂਹਾਂ 'ਤੇ, ਇੱਕ ਇਹ ਦਿਨ, ਇੱਕ ਤਾਂ ਇੱਕ 9 ਤਰੀਕ ਨੂੰ ਫੇਰ ਆਏਗਾ 9 ਅਗਸਤ ਨੂੰ, ਜਦੋਂ ਭਾਰਤ ਛੱਡੋ ਅੰਦੋਲਨ ਦਾ ਸਵਾਲ ਹੈ, ਉਹਦੇ ਨਾਲ ਜੋੜ ਕੇ ਉਦੋਂ ਵੀ ਔਰਤਾਂ ਲਈ ਔਰਤਾਂ ਹੀ ਸੰਸਦ ਚਲਾਉਣਗੀਆਂ ਉਸ ਪੱਧਰ ਦੇ ਉੱਤੇ। ਇਹਦੇ 'ਚ 200 ਜਿਹੜੀ ਔਰਤ ਹੈ ਕਿਸਾਨਾਂ ਨਾਲ ਜੁੜੀ ਹੋਈ, ਕਿਸਾਨ ਅੰਦੋਲਨ ਜਾਂ ਉਸ ਸਾਰੀਆਂ ਮੂਵਮੈਂਟਾਂ ਦੇ ਨਾਲ, ਉਹ ਬੈਠੀਆਂ ਪੂਰਾ ਦਿਨ 11 ਤੋਂ ਲੈ ਕੇ 5 ਵਜੇ ਤੱਕ, ਅਤੇ ਉਹ ਬੈਠ ਕੇ ਉਹਨਾਂ 'ਚੋਂ ਲਗਭਗ 110 ਬੀਬੀਆਂ ਨੇ ਮਤਲਬ ਸੰਬੋਧਨ ਕੀਤਾ। ਇੱਦੋਂ ਪਹਿਲਾਂ ਜਿਹੜਾ ਕਿਸਾਨਾਂ ਦੀ ਐਵਰੇਜ ਜਿਹੜੇ ਮੇਲ ਮੈਂਬਰ ਨੇ ਉਹ 50 ਦੀ ਆਉਂਦੀ ਹੈ। ਇਹਦਾ ਮਤਲਬ ਇਹ ਵੀ ਹੈ ਕਿ ਜਿਹੜੀਆਂ ਔਰਤਾਂ ਨੇ ਉਹ ਕਿਵੇਂ ਬਰੀਫ ਦੇ ਵਿੱਚ ਮਤਲਬ ਆਪਣੀ ਗੱਲ ਜ਼ਿਆਦਾ ਕਹਿਣ ਦੀ ਕਾਬਲੀਅਤ ਉਸ ਲੈਵਲ 'ਤੇ ਆਉਂਦੀਆਂ ਨੇ, ਉਨੀਆਂ ਨੂੰ ਮੌਕਾ ਵੀ ਜ਼ਿਆਦਾ ਮਿਲਦਾ ਉਸ ਸਾਰੇ ਮਾਮਲੇ ਦੇ ਵਿੱਚ। ਅਤੇ ਉਹਦੇ 'ਚੋਂ ਔਰਤਾਂ ਹੀ ਫਿਰ ਪਹਿਲਾਂ ਸਪੀਕਰ, ਫਿਰ 2 ਡਿਪਟੀ ਸਪੀਕਰ, ਫਿਰ ਸਪੀਕਰ, 3 ਸੈਸ਼ਨ ਹੁੰਦੇ ਨੇ, ਅਤੇ ਉਹ ਸਾਰੇ ਉਸ ਮਾਮਲੇ ਦੇ ਵਿੱਚ ਕਾਫੀ ਨਾਮ ਉਹਨਾਂ 'ਚ ਪ੍ਰੋਮੀਨੈਂਟ ਨਾਮ ਨੇ, ਜਿਹੜੇ ਨਾਮ ਆਲਰੇਡੀ ਜਨਤਕ ਮੂਵਮੈਂਟਾਂ ਦੇ ਵਿੱਚ ਦੇਖੇ ਸੁਣੇ ਗਏ, ਚਾਹੇ ਉਹ ਮਤਲਬ ਬਾਕੀ ਹੋਰ ਮੁੱਦਿਆਂ 'ਤੇ ਵੀ, ਮਜ਼ਦੂਰਾਂ ਦੇ, ਚਾਹੇ ਮੇਧਾ ਪਾਟਕਰ ਦਾ ਸਵਾਲ ਹੈ, ਸੁਹਾਸਨੀ ਅਲੀ ਦਾ ਸਵਾਲ ਹੈ, ਐਨੀ ਰਾਜੇ ਦਾ ਸਵਾਲ ਹੈ, ਜਿੰਨੇ ਵੀ ਉਹ ਸਵਾਲ ਸੀ। ਬਾਕੀ ਜਿਹੜੇ ਪੰਜਾਬ ਦੇ ਵਿੱਚੋਂ ਕਿਸਾਨ ਮੂਵਮੈਂਟ 'ਚੋਂ ਔਰਤਾਂ ਆਗੂ ਵਿਕਸਿਤ ਹੋਈਆਂ ਨੇ, ਉਹ ਸਾਰੀਆਂ ਉਸ ਨੇ ਉੱਥੇ ਆਪਣੀ ਆਪਣੀ ਗੱਲ ਜਿਹੜੀ ਉਸ ਤਰੀਕੇ ਦੀ ਰੱਖੀ। ਅਤੇ ਔਰਤਾਂ ਨੇ ਸਭ ਤੋਂ ਜ਼ਿਆਦਾ ਫੋਕਸ ਵੀ ਕਿਹੜੀ ਗੱਲ 'ਤੇ ਕੀਤਾ, ਜਿਹੜੇ ਕਾਨੂੰਨ 'ਤੇ ਉਹਨਾਂ ਨੇ ਚਰਚਾ ਕੀਤੀ ਹੈ, ਉਹ ਕਾਨੂੰਨ ਹੈ ਜ਼ਰੂਰੀ ਵਸਤਾਂ ਦਾ ਕਾਨੂੰਨ। ਜ਼ਰੂਰੀ ਵਸਤਾਂ ਵਾਲੇ ਕਾਨੂੰਨ ਦਾ ਕਿਵੇਂ ਸਮਾਜ 'ਤੇ ਪ੍ਰਭਾਵ ਪੈਣਾ, ਕਿਸ ਤਰੀਕੇ ਦੇ ਨਾਲ ਜੇ ਉਹ ਲਾਗੂ ਹੋ ਜਾਂਦਾ, ਹੁਣ ਹੀ ਮਹਿੰਗਾਈ ਦਾ ਜੋ ਹਾਲ ਹੈ ਉਹਦੇ 'ਤੇ ਕੀ ਇੰਪੈਕਟ ਪੈਣਾ। ਔਰ ਉਹਨਾਂ ਨੇ ਇਹਦੇ 'ਤੇ ਖਾਸ ਤੌਰ 'ਤੇ ਔਰਤਾਂ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਜੇ ਰਸੋਈ ਜ਼ਿਆਦਾ ਸੰਭਾਲਦੀਆਂ ਨੇ, ਔਰਤਾਂ ਨੂੰ ਹੀ ਉਹ ਕੰਮ ਹੈ, ਉਹ ਕਹਿੰਦੇ ਨੇ ਸਾਡੇ ਰਸੋਈ 'ਤੇ ਕਿਚਨ 'ਤੇ ਕਿੰਨਾ ਫਰਕ ਪੈਣਾ, ਅਤੇ ਉਹਦਾ ਸਿਹਤ ਨਾਲ ਕਿਵੇਂ ਚੀਜ਼ਾਂ ਦਾ ਜੁੜਾਅ ਹੋਇਆ, ਉਹ ਸਾਰੀਆਂ ਚੀਜ਼ਾਂ 'ਤੇ ਇੱਕ ਆਪਣੇ ਵੱਲੋਂ ਲਿਆ ਕੇ ਮਤਾ ਉਹ ਪਾਸ ਵੀ ਕੀਤਾ, ਅਤੇ ਉਸ ਕਾਨੂੰਨ ਨੂੰ ਵਾਪਸ ਬਣਾਉਣ ਦਾ ਮਤਲਬ ਵਾਪਸ ਲੈਣ ਦਾ ਜਿਹੜੀ ਸੋਧ ਕੀਤੀ ਹੈ ਗੌਰਮੈਂਟ ਆਫ ਇੰਡੀਆ ਨੇ, ਉਹਦੇ 'ਚ ਮਤਲਬ ਉਹਨੂੰ ਵਾਪਸ ਲੈਣ ਦੀ ਗੱਲ ਵੀ ਕੀਤੀ ਹੈ। ਜਿਵੇਂ ਕਿਸਾਨਾਂ ਨੇ ਇੱਕ ਖੇਤੀ ਮੰਤਰੀ ਬਣਾਇਆ ਸੀ ਆਪਦਾ ਹੀ ਡੰਮੀ, ਅਤੇ ਉਸ ਤੋਂ ਸਿਵਾ ਔਰਤਾਂ ਨੇ ਵੀ ਇੱਕ ਬੀਬੀ ਜਿਹੜੀ ਆਪਣੇ ਲੁਧਿਆਣੇ ਤੋਂ ਨੇ, ਰਿਟਾਇਰਡ ਪ੍ਰੋਫੈਸਰ ਨੇ, ਸਾਹਿਤ ਦੇ ਵਿੱਚ PhD ਨੇ, ਸੁਰਿੰਦਰ ਜੈਪਾਲ, ਉਹਨਾਂ ਨੂੰ ਮੰਤਰੀ ਬਣਾਇਆ ਸੀ। ਉਹਨਾਂ ਨੇ ਆਪਣੇ ਵੱਲੋਂ ਜਿਵੇਂ ਵੀ ਜੋ ਮੰਤਰੀ ਦੀ ਤਰਜ਼ 'ਤੇ ਉਹ ਕਾਨੂੰਨ ਨੂੰ ਡਿਫੈਂਡ ਕਰਨ ਦੀ ਟਰਾਈ ਕੀਤੀ, ਫਿਰ ਬਾਅਦ ਦੇ ਵਿੱਚ ਉਹੀ ਸਰੈਂਡਰ ਕੀਤਾ। ਤੁਹਾਡੀ ਠੀਕ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਹੋ। ਇਹਦੇ ਨਾਲ ਕੀ ਗੱਲ ਬਣਦੀ ਹੈ? ਇੱਕ ਗੱਲ ਇਹ ਬਣਦੀ ਹੈ ਕਿ ਮੰਤਰੀ ਨੂੰ ਕਿਉਂ ਸਾਰੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹਨਾਂ ਦੀ ਗੱਲ ਸੁਣ ਕੇ ਕਿਉਂ, ਜੇਕਰ ਉਹ ਗੱਲ ਲੌਜੀਕਲ ਹੈ, ਜੇ ਉਹ ਤੱਥਾਂ 'ਤੇ ਆਧਾਰਿਤ ਹੈ, ਸਹਿਮਤ ਹੋ ਜਾਣਾ ਚਾਹੀਦਾ। ਇੱਕ ਇਹ ਤਰੀਕਾ ਵੀ ਇਹਦੇ 'ਚੋਂ ਇਵਾਲਵ ਹੁੰਦਾ। ਇਹਦੇ ਤਰੀਕੇ ਇਸ ਵੂਮੈਨ ਸੰਸਦ ਨੇ ਇਹ ਕਹਿਣ ਦੀ ਵੀ ਕੋਸ਼ਿਸ਼ ਕੀਤੀ, ਔਰ ਇਸ ਤਰੀਕੇ ਨਾਲ ਵੀ। ਔਰ ਅਗਲੀ ਗੱਲ ਇਹ ਵੀ ਹੈ ਕਿ ਇਸ ਸੰਸਦ ਦੇ ਵਿੱਚ ਕੋਈ ਗਾਲੀ ਗਲੋਚ ਨਹੀਂ, ਕੋਈ ਨਹੀਂ ਆਪਣੀ ਗੱਲ ਕਹੀ, ਅਤੇ ਆਪਣੀ ਗੱਲ ਕਹਿ ਕੇ ਸਲੀਕੇ ਦੇ ਨਾਲ ਗੱਲ, ਜਿਵੇਂ ਹੁਣ ਉਹ ਪੈਰਲਲ ਉੱਥੇ ਇਹ ਗੱਲ ਵੀ ਹੋਈ ਕਿ ਇੱਕ ਪਾਸੇ ਇੱਕ ਐਡੇ ਵੱਡੇ 'ਤੇ ਅਹੁਦੇ 'ਤੇ ਬੈਠੀ
ਵਿਦੇਸ਼ ਰਾਜ ਮੰਤਰੀ ਕਿਸਾਨਾਂ ਬਾਰੇ ਮਵਾਲੀ ਟਾਈਪ ਦੇ ਅਪਸ਼ਬਦ ਬੋਲਦੀ ਹੈ। ਜੀ ਪਰ ਦੂਜੇ ਪਾਸੇ ਇਹ ਔਰਤਾਂ ਨੇ, ਕਿਉਂਕਿ ਔਰਤ ਸੱਭਿਅਤਾ ਦੇ ਵਿੱਚ ਮੁਕਾਬਲਤਨ ਜ਼ਿਆਦਾ ਜਿਹੜੀ ਸਲੀਕਾ ਲੈ ਕੇ ਆਉਂਦੀ ਹੈ ਮੁਕਾਬਲਤਨ ਮਨੁੱਖ ਦੇ। ਔਰ ਜਿੱਥੇ ਕਿਹਾ ਜਾਂਦਾ ਕਿ ਔਰਤਾਂ ਦਾ 10 ਔਰਤਾਂ ਬੈਠੀਆਂ ਹੋਣ ਤਾਂ ਬੰਦਾ ਵੀ ਗਾਲੀ ਗਲੋਚ ਕਰਨ ਤੋਂ ਝਿਜਕਦਾ ਹੈ, ਕਿਉਂਕਿ ਸੀਰੀਅਸਨੈਸ ਆ ਜਾਂਦੀ ਹੈ। ਤਾਂ ਇਹ ਔਰਤ ਸੰਸਦ ਨੇ ਇਹ ਕਿਹਾ ਕਿ ਸਾਡਾ ਸੱਭਿਆਚਾਰ ਕਿਹੋ ਜਿਹਾ ਹੋਣਾ ਚਾਹੀਦਾ, ਸਾਨੂੰ ਗੱਲ ਕਰਨ ਦਾ ਸਲੀਕਾ ਕਿਵੇਂ ਹੋਣਾ ਚਾਹੀਦਾ, ਇੱਕ ਦੂਜੇ ਦਾ ਵਿਰੋਧ ਵੀ ਕਰਨਾ ਤਾਂ ਕਿਸ ਤਰੀਕੇ ਨਾਲ ਦਲੀਲ ਦੇ ਨਾਲ ਕਰਨਾ ਚਾਹੀਦਾ, ਇਹ ਵੀ ਇਸ ਸੰਸਦ ਨੇ ਦਿਖਾਇਆ। ਜੀ ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਹੈ ਵੀ ਕਿ ਔਰਤਾਂ ਨੇ ਜਿਹੜਾ ਹੈਗਾ ਕੱਲ੍ਹ ਜ਼ਰੂਰੀ ਵਸਤੂਆਂ ਸੋਧ ਕਾਨੂੰਨ 'ਤੇ ਜਿਹੜਾ ਹੈਗਾ ਮੁੱਖ ਤੌਰ 'ਤੇ ਜ਼ੋਰ ਦਿੱਤਾ। ਅਸੀਂ ਜਾਣਨਾ ਚਾਹਾਂਗੇ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਕਿਹੜੇ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ, ਕਿਹਨਾਂ 'ਤੇ ਵਿਚਾਰ ਚਰਚਾ ਕੀਤੀ ਹੈਗੀ। ਇੱਕ ਬਹੁਤ ਵੱਡਾ ਮੁੱਦਾ ਉਹਨਾਂ ਨੇ ਉਭਾਰਿਆ, ਇਕੱਲਾ ਗੌਰਮੈਂਟ ਨਾਲ ਸੰਬੰਧਿਤ ਨਹੀਂ, ਉਹ ਗੌਰਮੈਂਟ ਨਾਲ ਤਾਂ ਹੈ ਹੀ ਤੇ ਪੂਰੇ ਸਮਾਜ ਨਾਲ ਹੈ, ਤੇ ਇੱਥੋਂ ਤੱਕ ਕਿ ਸੰਯੁਕਤ ਮੋਰਚੇ ਨਾਲ ਵੀ ਹੈ। ਜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਕਿ ਔਰਤਾਂ ਦਾ ਖੇਤੀਬਾੜੀ ਦੇ ਵਿੱਚ ਜਿੰਨਾ ਵੱਡਾ ਯੋਗਦਾਨ ਹੈ, ਜਿੰਨੀ ਕੰਟਰੀਬਿਊਸ਼ਨ ਹੈ, ਉਹਨਾਂ ਨੂੰ ਨਾ ਹਜੇ ਤੱਕ ਮਾਲਕੀ ਦੇ ਰੂਪ 'ਚ, ਨਾ ਸਨਮਾਨ ਦੇ ਰੂਪ ਦੇ ਵਿੱਚ ਤੇ ਨਾ ਹਿੱਸੇਦਾਰੀ ਦੇ ਰੂਪ ਦੇ ਵਿੱਚ ਉਹ ਰੁਤਬਾ ਨਹੀਂ ਮਿਲਿਆ ਜੀ ਲਗਾਤਾਰ ਇੰਨੇ ਲੰਮੇ ਸਮੇਂ ਦੇ ਬਾਵਜੂਦ। ਤੇ ਸਮਾਜ ਨੂੰ ਜੇ ਅੱਧੀ ਆਬਾਦੀ ਜਿਹੜੀ ਹੈ ਸਮਾਜ ਦੇ ਵਿੱਚ, ਤੇ ਉਹਨੂੰ ਤੁਸੀਂ ਐਂ ਨਜ਼ਰਅੰਦਾਜ਼ ਕਰਕੇ ਨਹੀਂ ਲੰਮਾ ਸਮਾਂ ਚੱਲ ਸਕਦੇ। ਉਹ ਕਹਿੰਦੇ ਨੇ ਕਿਸਾਨ ਮੋਰਚੇ ਨੇ ਸਾਨੂੰ, ਅਸੀਂ ਇਸ ਲਈ ਇਹਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਮੰਚ ਦਿੱਤਾ ਹੈ, ਜਿਹੜੇ ਮੰਚ 'ਤੇ ਅਸੀਂ ਆਪਣੀ ਗੱਲ ਕਹਿ ਪਾ ਰਹੇ ਹਾਂ ਕਿ ਇਸ ਤਰੀਕੇ ਨਾਲ। ਇਹਦੇ 'ਚੋਂ ਫਿਰ ਗੱਲ ਕੁਝ ਉੱਥੇ ਔਰਤ ਲੀਡਰਾਂ ਨੇ ਉਭਾਰੀ ਉਹਦੇ 'ਚ ਖੜ੍ਹ ਕੇ ਕਿ ਜਿਵੇਂ ਅਸੀਂ ਕਿਸਾਨ ਅੰਦੋਲਨ 'ਚ ਆਈਆਂ, ਉਸੇ ਤਰੀਕੇ ਦੇ ਨਾਲ ਹੁਣ ਕਿਸਾਨਾਂ ਦੀਆਂ ਆਗੂ ਸਫਾਂ ਦੇ ਵਿੱਚ ਵੀ ਮਤਲਬ ਇੱਕ ਸਪੇਸ ਬਣਾਉਣ ਦੀ ਲੋੜ ਹੈ, ਇੱਕ ਜਗ੍ਹਾ ਬਣਾਉਣ ਦੀ ਲੋੜ ਹੈ। ਜਿਹੜੀਆਂ 32 ਜਥੇਬੰਦੀਆਂ ਗੱਲ ਕਰਨ ਜਾਂਦੀਆਂ ਨੇ ਸਰਕਾਰ ਨਾਲ, ਉਹ 32 'ਚ ਵੀ ਘੱਟੋ ਘੱਟ ਮਤਲਬ ਅੱਧਾ ਜਾਂ 33% ਔਰਤਾਂ ਵੀ ਵਿੱਚ ਜਾਣੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਨੇ, ਲੈ ਕੇ ਜਾਣਾ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਉਸ ਪੱਧਰ ਦੇ ਉੱਤੇ ਗੱਲ ਹੋਏ। ਔਰ ਜੇਕਰ ਅਸੀਂ ਉਹ ਗੱਲ ਦੇਖਦੇ ਹਾਂ ਤਾਂ ਨਾਰਮਲੀ ਇਹਦਾ ਮਤਲਬ ਇਹ ਹੈ ਕਿ ਇੱਕ ਸਮਾਜਿਕ ਬਦਲਾਅ ਵੀ ਆ ਰਿਹਾ ਹੈ। ਸਮਾਜਿਕ ਬਦਲਾਅ ਇਹ ਹੈ ਕਿ ਮੋਰਚੇ ਨੇ ਚੇਤਨ ਰੂਪ ਦੇ ਵਿੱਚ ਇਹ ਦੇਖਿਆ ਕਿ ਚਾਹੇ ਉਹ ਪਹਿਲਾਂ ਵੂਮਨ ਡੇ ਦੇ ਤੌਰ 'ਤੇ ਔਰਤਾਂ ਨੂੰ ਇੱਧਰ ਸਟੇਜਾਂ ਦੇਣ ਦਾ ਸਵਾਲ ਹੋਵੇ ਜਾਂ ਬਾਕੀ ਹੈ, ਤੇ ਹੁਣ ਸੰਸਦ ਦੇਣ ਦਾ ਸਵਾਲ, ਹੌਲੀ ਹੌਲੀ ਕਦਮ ਦਰ ਕਦਮ ਜਿਹੜੇ ਸੰਯੁਕਤ ਮੋਰਚੇ ਦੀ ਮੇਨ ਲੀਡਰਸ਼ਿਪ ਹੈ ਉਹ ਉਹਨਾਂ ਨੂੰ ਟਾਈਮ ਦੇ ਰਹੀ ਹੈ, ਤੇ ਉਹ ਹੌਲੀ ਹੌਲੀ ਹੇਠਾਂ ਤੱਕ ਵੀ ਜਾਏਗਾ, ਜਿਹੜਾ ਸਮਾਜ ਤੱਕ ਵੀ ਗੱਲ ਕਿ ਜਦੋਂ ਤੁਸੀਂ ਹੱਕ ਮੰਗਦੇ ਹੋ, ਜਦੋਂ ਹੱਕ ਤੇ ਨੂੰ ਵਾਜਬ ਤਰੀਕੇ ਦੇ ਨਾਲ ਉਹਨੂੰ ਪ੍ਰਬੰਧ ਕਰਕੇ ਦਿਖਾਉਂਦੇ ਹੋ ਕਿ ਸਾਡਾ ਪ੍ਰਬੰਧ ਵੀ ਬੈਟਰ ਹੋ ਸਕਦਾ, ਅਸੀਂ ਸੰਸਦ ਵੀ ਤੁਹਾਡੇ ਨਾਲ ਤੁਹਾਡੇ ਵਾਂਗ ਹੀ ਚਲਾ ਸਕਦੇ ਹਾਂ, ਉਦੋਂ ਵਧੀਆ ਵੀ ਚਲਾ ਸਕਦੇ ਹਾਂ। ਇੱਕ ਤਾਂ ਇਹ ਪਹਿਲੂ ਉਹਦੇ 'ਚ ਬੜੇ ਵੱਡੇ ਪੱਧਰ 'ਤੇ ਗਿਆ ਕਿ ਸਮਾਜਿਕ ਬਰਾਬਰੀ ਦਾ ਸਵਾਲ, ਜਿਹੜੀ ਲਿੰਗਕ ਗੈਪ ਦਾ ਸਵਾਲ ਹੈ, ਕੁੜੀਆਂ ਨੂੰ ਕੁੱਖ 'ਚ ਮਾਰਨ ਦਾ ਸਵਾਲ ਹੈ, ਉਹਨਾਂ ਨੂੰ ਬਰਾਬਰ ਦੇ ਰੁਤਬੇ ਨਾ ਦੇਣ ਦਾ ਸਵਾਲ ਹੈ ਕਿਸੇ ਵੀ ਫੀਲਡ ਦੇ ਵਿੱਚ। ਇਹ ਉੱਥੋਂ ਮੈਸੇਜ ਬੜਾ ਕਲੀਅਰ ਉਸ ਨੇ ਗਿਆ ਆਪਣੇ ਅੰਦਰ ਵਾਲਿਆਂ ਨੂੰ ਵੀ ਔਰ ਬਾਹਰਲੇ ਸਮਾਜ ਨੂੰ ਵੀ। ਜੀ ਔਰ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਪੋਲੀਟੀਕਲੀ ਤੁਸੀਂ ਦੇਖੋ, ਇਹ ਸੰਸਦ ਚੱਲ ਰਹੀ ਹੈ ਔਰਤਾਂ ਦੇ ਰੂਪ 'ਚ। ਜੀ 30 ਸਾਲਾਂ ਤੋਂ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ ਹੈ, ਉਹ ਬਿੱਲ ਹੈ 33% ਔਰਤਾਂ ਦੀ ਰਿਜ਼ਰਵੇਸ਼ਨ ਦਾ, ਵਿਧਾਨ ਸਭਾਵਾਂ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ। ਇਹ ਬੜੀ ਦੇਰ ਤੋਂ ਵੋਟਾਂ ਲੈਣ ਦੇ ਲਈ ਪਾਰਟੀਆਂ ਕਹਿੰਦੀਆਂ ਰਹੀਆਂ, ਹਰ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਉਹ ਲਗਾਤਾਰ ਜਦੋਂ ਦੀਆਂ ਵੀ ਵੋਟਾਂ ਪੈਂਦੀਆਂ ਨੇ। ਕੋਈ ਪਾਰਟੀ ਇਹੋ ਜਿਹੀ ਨਹੀਂ ਜਿਹੜਾ ਉਹਦਾ ਵਿਰੋਧ ਕਰਦੀ ਹੈ ਕਿ ਅਸੀਂ ਤੁਹਾਨੂੰ ਇੰਨੀਆਂ ਔਰਤਾਂ ਨੂੰ ਰਾਖਵਾਂ ਕਰ ਦਿਆਂਗੇ ਤਾਂ ਕਿ ਮਤਲਬ ਔਰਤਾਂ ਦੀ ਗਿਣਤੀ ਵੱਧ ਸਕੇ। ਕਿਉਂਕਿ ਸਾਡੇ ਰਿਵਾਜ ਕੀ ਹੈ, ਹੁਣ ਤੱਕ ਕੁਝ ਔਰਤਾਂ ਆਉਂਦੀਆਂ ਨੇ, ਉਹਦੇ 'ਚੋਂ ਵੀ ਵੱਡੀ ਗਿਣਤੀ ਔਰਤਾਂ ਉਹ ਨੇ ਜਿਹੜੀਆਂ ਉਹਨਾਂ ਪਰਿਵਾਰਾਂ 'ਚੋਂ ਆਉਂਦੀਆਂ ਨੇ ਜਿਹੜੇ ਪਹਿਲਾਂ ਹੀ ਸੱਤਾ 'ਚ ਨੇ। ਜੀ ਮੰਨ ਲਓ ਜੇ ਪੰਜਾਬ ਦੀ ਉਹ ਮੈਂ ਉਦਾਹਰਨ ਦੇਵਾਂ, ਦੂਰ ਦੀ ਨਾਮ ਹੀ ਦੇਵਾਂ, ਬਾਕੀ ਤਾਂ ਕਿਤੇ ਚਲੋ ਜਿਵੇਂ ਈਵਨ ਉੱਪਰ ਤੱਕ ਵੀ ਦੇਖੋ, ਜੇ ਰਾਜੀਵ ਗਾਂਧੀ ਸੀਗੇ ਤੇ ਉਦੋਂ ਬਾਅਦ ਸੋਨੀਆ ਗਾਂਧੀ ਆਏ ਨੇ, ਜਦੋਂ ਉਹ ਨਹੀਂ ਇੱਥੇ ਵੀ ਸਾਡੇ ਸਿਸਟਮ ਦੇ ਵਿੱਚ ਇਹ ਸੀ ਕਿ ਜੇ ਅਮਰਿੰਦਰ ਸਿੰਘ ਇੱਥੇ ਚੀਫ ਮਿਨਿਸਟਰ ਨੇ ਤਾਂ ਪ੍ਰਨੀਤ ਕੌਰ ਤਾਂ ਜਾਂਦੀ ਹੈ ਕਿਉਂਕਿ MP ਦੇ ਤੌਰ 'ਤੇ, ਨਹੀਂ ਤਾਂ ਪਹਿਲਾਂ ਉਸ ਸੀਟ ਤੋਂ ਅਮਰਿੰਦਰ ਸਿੰਘ ਲੜਦੇ ਸੀ। ਜੇ ਸੁਖਬੀਰ ਸਿੰਘ ਬਾਦਲ ਆਲਰੇਡੀ ਇੱਥੇ ਨੇ ਤੇ ਬਾਦਲ ਸਾਹਿਬ ਆਪ ਵੀ ਚੀਫ ਮਿਨਿਸਟਰ ਨੇ, ਜੇ ਘਰ 'ਚ ਕੋਈ ਹੋਰ ਬੰਦਾ ਨਹੀਂ ਹੈ ਤਾਂ ਇੱਕ ਬੰਦੇ ਨੂੰ ਵਾਧੂ ਤੁਹਾਡੇ ਪਰਿਵਾਰ 'ਚੋਂ ਹੀ ਭੇਜਣਾ, ਤਾਂ ਹਰਸਿਮਰਤ ਦੀ ਵਾਰੀ ਆਉਂਦੀ ਹੈ ਨਾ। ਇਸ ਲਈ ਉਹ ਵੀ ਉਹਨਾਂ ਪਰਿਵਾਰਾਂ 'ਚੋਂ ਵੀ ਔਰਤਾਂ ਤਾਂ ਜਾਂਦੀਆਂ ਨੇ ਜਦੋਂ ਮੇਲ ਮੈਂਬਰ ਸਾਰੀਆਂ ਸੀਟਾਂ ਭਰੀਆਂ ਹੁੰਦੀਆਂ ਨੇ, ਪਹਿਲਾਂ ਉਹਨਾਂ 'ਚੋਂ ਕੋਈ ਵਿਹਲਾ ਨਹੀਂ ਹੁੰਦਾ, ਉਦੋਂ ਬਾਅਦ ਜਾਂਦੀਆਂ ਨੇ। ਆਮ ਔਰਤਾਂ 'ਚੋਂ ਤਾਂ ਜਾਣਾ ਬੜਾ ਮੁਸ਼ਕਲ ਕੰਮ ਹੈ, ਜਿਹੜੀਆਂ ਲੈ ਕੇ ਨਹੀਂ ਜਾ ਰਹੇ। ਅਤੇ ਇਹ ਤੋਂ ਇਲਾਵਾ ਇੱਕ ਗੱਲ ਤਾਂ ਉਹਨਾਂ ਨੇ ਇਹ ਕਹੀ ਕਿ ਆਮ ਔਰਤਾਂ ਲਈ ਉਹ ਜਿਹੜਾ 33% ਵਾਲਾ ਉਹਨਾਂ ਨੇ ਪਾਸ ਕੀਤਾ ਹੈ, ਹਾਲਾਂਕਿ ਆਬਾਦੀ 50% ਹੈ, ਵੀ ਚਲੋ 33 ਵਾਲਾ ਤਾਂ ਪਾਸ ਕਰੋ ਤੁਸੀਂ, ਉਨੀਆਂ ਤਾਂ ਔਰਤਾਂ ਜਾਣ ਲੱਗਣ ਪਾਰਲੀਮੈਂਟ ਦੇ ਵਿੱਚ, ਤਾਂ ਅੱਧੀ ਆਬਾਦੀ ਦੀ ਗੱਲ ਤਾਂ ਹੋਣੀ ਸ਼ੁਰੂ ਹੋਵੇ ਕਿਸੇ ਨਾ ਕਿਸੇ ਰੂਪ 'ਚ। ਬਿਲਕੁਲ।
ਮੈਨੂੰ ਇਹ ਲੱਗਦਾ ਕਿ ਇਦੋਂ ਅਗਲਾ ਵੀ ਜਿਹੜੇ ਥਾਟ ਪ੍ਰੋਸੈਸ ਦੇ ਤੌਰ ਤੇ ਸੋਚਣਾ ਸ਼ੁਰੂ ਹੋਏਗਾ, ਇਹ ਇੱਕ ਪੜਾਅ ਹੈ ਕਿ ਰਾਖਵਾਂ ਕਰਨ ਦੇ ਨਾਲ, ਰਿਜ਼ਰਵੇਸ਼ਨ ਦੇ ਨਾਲ, ਕਿ ਉੱਥੇ ਬੰਦੇ ਦੀ ਪਹੁੰਚ ਹੋ ਜਾਂਦੀ ਹੈ ਜੀ। ਪਰ ਇੰਨੇ ਨਾਲ ਹੀ ਕੰਮ ਨਹੀਂ ਚੱਲਣਾ। ਗੱਲ ਇਹ ਤੋਂ ਅਗਲੀ ਵੀ ਹੈ, ਜਿਵੇਂ ਹੁਣ ਸਥਾਨਕ ਸਰਕਾਰਾਂ 'ਚ ਹੈ, ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ ਹੈ, 50% ਰਾਖਵਾਂ ਕਰਨ ਔਰਤਾਂ ਚੁਣੀਆਂ ਜਾਂਦੀਆਂ ਨੇ। ਚੁਣੀਆਂ ਤਾਂ ਗਈਆਂ ਉਹ, ਪਰ ਉਹਦੇ ਲਈ ਮਾਹੌਲ ਕਿੱਥੇ ਹੈ? MC ਦੀ ਜਗ੍ਹਾ ਉਹਦਾ ਬਾਪ, ਉਹਦਾ ਘਰ ਵਾਲਾ ਅਤੇ ਉਹਦਾ ਜਾਂ ਕੋਈ ਬੇਟਾ ਜਿਸ ਵੀ ਹੈਸੀਅਤ ਦੇ ਵਿੱਚ ਹੈ, ਉਹ ਕਹਿੰਦਾ ਕਿ ਮੈਂ ਕੰਮ ਕਰਦਾ ਜੀ। ਸਰਪੰਚੀ ਦੀ ਮਾਮਲੇ ਦੇ ਵਿੱਚ ਔਰਤ ਸਰਪੰਚ ਦਾ ਪਤੀ ਪ੍ਰੈਕਟੀਕਲੀ ਕਰਦਾ, ਪਤੀ ਹੋਊਗਾ। ਜੇ ਕੋਈ ਔਰਤ ਬੁੱਢੀ ਹੋਏਗੀ, ਮਾਂ ਤਾਂ ਉਹਦਾ ਬੇਟਾ ਹੋਏਗਾ। ਜੇਕਰ ਕੋਈ ਹੋਰ ਹੋਊ, ਕੋਈ ਘਰ 'ਚੋਂ ਮਤਲਬ ਕੋਈ ਬੰਦਾ ਹੋਰ ਹੋਊਗਾ ਜੀ। ਕਿੰਨੀਆਂ ਚੀਜ਼ਾਂ, ਕਿੰਨੇ ਮਾਮਲਿਆਂ 'ਚ ਪੂਰੇ ਦੇਸ਼ ਦੇ ਵਿੱਚ ਲੱਖਾਂ ਦੀ ਤਾਦਾਦ 'ਚ ਔਰਤਾਂ ਦੀ ਚੋਣ ਤੋਂ ਕਿੰਨੀਆਂ ਔਰਤਾਂ ਨੂੰ ਆਪ ਕੰਮ ਕਰਨ ਦਾ ਮਾਹੌਲ ਦੇ ਰਿਹਾ ਸੀ ਅਸੀਂ। ਇਹ ਜਕੜ ਹੈ ਇੱਕ ਉਸ ਲੈਵਲ ਦੀ। ਔਰ ਹਾਲਾਂਕਿ ਪ੍ਰੈਕਟਿਸ ਇਹ ਹੈ ਸਾਡੇ ਸਮਾਜ ਦੇ ਵਿੱਚ ਹੁਣ, ਜਿਹੜੀ ਪੜ੍ਹਾਈ ਲਿਖਾਈ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਰਿਜ਼ਲਟ ਆ ਰਹੇ ਨੇ ਉਹ 'ਚ ਟੌਪਰ ਕੁੜੀਆਂ ਨੇ। ਆ ਜਿੰਨੇ ਵੀ ਆਈਲੈਟਸ ਨਹੀਂ ਹੋ ਪਾ ਰਿਹਾ, ਜਿੰਨੀਆਂ ਵੀ ਮੁੰਡੇ ਵਾਲੇ ਕਹਿੰਦੇ ਨੇ ਪੈਸਾ ਅਸੀਂ ਲਾ ਦਾਂਗੇ ਅਤੇ ਕੁੜੀ ਆਈਲੈਟਸ ਕਰ ਲਵੇ ਅਤੇ ਅਸੀਂ ਵਿਦੇਸ਼ ਲੈ ਜੇ ਸਾਨੂੰ ਕੁੜੀ, ਮਤਲਬ ਇੰਟਲੈਕਟ ਦੇ ਲੈਵਲ 'ਤੇ, ਬੌਧਿਕ ਲੈਵਲ 'ਤੇ ਜਾਂ ਚੀਜ਼ਾਂ ਨੂੰ ਦੇਖਣ ਦੇ ਮਾਮਲੇ 'ਚ ਔਰਤਾਂ ਜਾਂ ਕੁੜੀਆਂ ਦਿਖਾ ਰਹੀਆਂ ਨੇ ਕਿ ਉਹ ਸਿੰਸੀਅਰ ਨੇ ਅਤੇ ਪੜ੍ਹ ਵੀ ਰਹੀਆਂ ਨੇ। ਸਪੋਰਟਸ ਦੇ ਮਾਮਲੇ 'ਚ ਦੇਖ ਲੈਣਾ, ਖੇਡਾਂ ਦੇ ਮਾਮਲੇ ਜਿਹੜੇ 1-2 ਮੈਡਲ ਮਿਲਦੇ ਨੇ ਕਿਤੇ ਵੀ, ਉਹ ਨਾਰਮਲੀ ਉਹਦੇ 'ਚ ਔਰਤਾਂ ਦਾ ਜ਼ਿਆਦਾ ਰੋਲ ਹੈ, ਕੁੜੀਆਂ ਦਾ, ਜਾਂ ਜਿਨ੍ਹਾਂ ਨੂੰ ਵੀ ਅਸੀਂ ਮੌਕਾ ਦੇ ਰਹੇ ਹਾਂ। ਤਾਂ ਫਿਰ ਸੋਸ਼ਲ ਅਤੇ ਪੋਲੀਟੀਕਲ ਕੰਮਾਂ 'ਚ ਅਤੇ ਆਰਥਿਕ ਕੰਮਾਂ 'ਚ ਕਿਉਂ ਨਹੀਂ ਉਹ ਬਰਾਬਰੀ ਆਉਣੀ ਚਾਹੀਦੀ? ਇਸ ਕਰਕੇ ਇਕੱਲਾ ਕਾਨੂੰਨ ਬਣ ਜਾਣਾ ਕਾਫੀ ਨਹੀਂ ਹੈ। ਕਾਨੂੰਨ ਬਣਨਾ ਹੀ ਚਾਹੀਦਾ, ਪਰ ਕਾਨੂੰਨ ਤੋਂ ਅੱਗੇ ਜਿਹੜੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਦਾ ਸਵਾਲ ਹੈ, ਮਾਨਸਿਕਤਾ 'ਚ ਤਬਦੀਲੀ ਦਾ ਸਵਾਲ ਹੈ ਸਮਾਜ ਦੇ, ਉਹ ਉਸ ਪਾਸੇ ਵੱਲ ਤੁਰਨ ਦੀ ਗੱਲ ਹੈ। ਇਹ ਜਿਹੜੇ ਮੰਚ ਨੇ, ਇਹ ਮੇਰਾ ਖਿਆਲ ਹੈ ਇਹ ਦਿਮਾਗ ਖੋਲ੍ਹਦੇ ਨੇ, ਇਹ ਰਸਤਾ ਬਣਾਉਂਦੇ ਨੇ ਇਹਨਾਂ ਗੱਲਾਂ ਦੀ ਚਰਚਾ ਦੇ ਵਾਸਤੇ ਕਿ ਇਹਦੇ 'ਤੇ ਸੋਚਿਆ ਜਾਣਾ ਚਾਹੀਦਾ। ਹਮੀਰ ਜੀ, ਸੰਸਦ ਦਾ ਮੁੱਖ ਕੰਮ ਹੈਗਾ ਲੋਕਾਂ ਦੇ ਮੁੱਦਿਆਂ ਨੂੰ ਵਿਚਾਰਨਾ, ਅਤੇ ਜੇ ਦੇਖੀਏ ਤਾਂ ਸੰਸਦ ਹੋਵੇ ਚਾਹੇ ਵਿਧਾਨ ਸਭਾ, ਉਹ ਸਾਰੀਆਂ ਜਿਹੜੀਆਂ ਰੌਲੇ ਰੱਪੇ ਦੇ ਵਿੱਚ ਨਿਬੜ ਜਾਂਦੀਆਂ ਨੇ, ਪਰ ਲੋਕਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਪਾਉਂਦੀ। ਪਰ ਔਰਤ ਕਿਸਾਨ ਸੰਸਦ ਨੇ ਇੱਕ ਚੀਜ਼ ਸਾਬਤ ਕੀਤੀ ਹੈ ਵੀ ਕਿ ਜਿਵੇਂ 110 ਔਰਤਾਂ ਨੇ ਆਪਣੇ ਵਿਚਾਰ ਰੱਖੇ ਨੇ ਵੀ ਕਿ ਸੰਸਦ ਦੇ ਵਿੱਚ ਮੁੱਖ ਤੌਰ 'ਤੇ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਚਰਚਾ ਹੋਣੀ ਚਾਹੀਦੀ ਹੈ, ਅਤੇ ਔਰਤਾਂ 'ਚੋਂ 110 ਮੈਂਬਰਾਂ ਨੇ ਜਿਹੜੇ ਹੈਗੇ ਆਪਣੇ ਵਿਚਾਰ ਰੱਖੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹਨਾਂ ਨੇ ਕਿਸ ਤਰ੍ਹਾਂ ਸੁਨੇਹਾ ਜਿਹੜਾ ਹੈਗਾ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਕਿਸ ਤਰ੍ਹਾਂ ਸੰਦੇਸ਼ ਜਾਵੇਗਾ। ਇੱਕ ਤਾਂ ਗੱਲ ਵੈਸੇ ਹੀ ਕਲੀਅਰ ਹੈ ਵੀ ਜਿੰਨੀਆਂ ਉੱਥੇ ਔਰਤਾਂ ਬੈਠੀਆਂ ਸੀ, ਉਹਦੇ 'ਚੋਂ ਇੱਕ ਹਿੱਸਾ ਪਹਿਲਾਂ ਹੀ ਟ੍ਰੇਨਡ ਹੈ ਐਡਾ ਵੱਡਾ, ਉਹਨੂੰ ਪਾਰਲੀਮੈਂਟ 'ਚ ਦੇਸ਼ ਦੀ 'ਚ ਵਜਾ ਕੇ ਬਿਠਾ ਦਿਓ, ਉਹ ਕਿੰਨੇ ਹੀ ਪਾਰਲੀਮੈਂਟ ਦੇ ਮੈਂਬਰਾਂ ਨਾਲੋਂ ਬੈਟਰ ਸਵਾਲ ਕਰ ਸਕਦੀਆਂ ਨੇ। ਉਹਨਾਂ ਦਾ ਗਿਆਨ ਵੀ ਹੈ ਉਸ ਮਾਮਲੇ ਦੇ ਵਿੱਚ, ਔਰ ਪੜ੍ਹੀਆਂ ਲਿਖੀਆਂ ਵੀ ਨੇ, ਸਾਰੀਆਂ ਚੀਜ਼ਾਂ ਨੇ ਮੁਕਾਬਲਤਨ। ਇਸ ਲਈ ਕੋਈ ਕਮੀ ਨਹੀਂ। ਉਹ ਜਾ ਕਿਉਂ ਨਹੀਂ ਸਕਦੀਆਂ? ਜਾ ਇਸ ਲਈ ਨਹੀਂ ਸਕਦੀਆਂ ਕਿਉਂਕਿ ਸਾਡੀ ਚੋਣ ਪ੍ਰਣਾਲੀ ਇੰਨੀ ਖਰਚੀਲੀ ਹੋ ਗਈ ਹੈ, ਚੋਣ ਪ੍ਰਣਾਲੀ ਇੰਨੀ ਮਤਲਬ ਉਹਦੇ 'ਚ ਬਾਹੂਬਲੀ ਵੀ ਭਾਰੂ ਹੋ ਗਏ ਨੇ, ਜਾਂ ਦਬੰਗਾਈ ਭਾਰੂ ਹੋ ਗਈ ਹੈ ਕਿ ਆਮ ਬੰਦਾ ਚੋਣ ਲੜ ਕੇ ਜਿੱਤੇ ਨਹੀਂ ਸਕਦਾ। ਔਰਤਾਂ ਨੂੰ ਵੋਟ ਕਿਵੇਂ ਪਊਗੀ ਜੇ ਉਹਨੇ ਪੈਸੇ ਨਹੀਂ ਹੈ ਤੁਹਾਡੇ ਕੋਲ, ਉਹਨਾਂ ਸ਼ਰਾਬ ਨਹੀਂ ਵੰਡੀ ਜਾਂਦੀ, ਵੋਟਾਂ ਖਰੀਦੀਆਂ ਨਹੀਂ ਜਾਂਦੀਆਂ, ਉਹਨਾਂ ਪ੍ਰਚਾਰ ਸਾਧਨਾਂ 'ਤੇ ਖਰਚ ਨਹੀਂ ਕੀਤਾ ਜਾਂਦਾ। ਇਸ ਕਰਕੇ ਉਹਨਾਂ 'ਚੋਂ ਜਾ ਨਹੀਂ ਸਕਦਾ ਕਿਉਂਕਿ ਤੁਸੀਂ ਸਿਸਟਮ ਇਹੋ ਜਿਹਾ ਬਣਾਤਾ ਹੈ। ਇਹਦੇ ਲਈ ਇਹ ਹੈ ਕਿ ਜੇ ਦੇਸ਼ ਨੇ ਅੱਗੇ ਵਧਣਾ ਹੈ ਜਾਂ ਸਮਾਜ ਨੇ ਅੱਗੇ ਵਧਣਾ ਹੈ, ਜੇ ਅੱਗੇ ਅਗਲੀ ਗੱਲ ਕਰਨੀ ਹੈ, ਤਾਂ ਉਹ ਬੜਾ ਹੀ ਇੱਕ ਸਾਰਥਕ ਗੱਲ ਹੈ ਕਿ ਇੱਕ ਇਹੋ ਜਿਹੀਆਂ ਟ੍ਰੇਨਿੰਗਾਂ ਜਿਹੜੀ ਔਰਤ ਸੰਸਦ ਮੰਚ ਤੋਂ ਦਿੱਤੀਆਂ ਗਈਆਂ ਨੇ, ਕਿ ਜਿਵੇਂ ਉਹ ਮੰਚ ਆਪਣੇ ਆਪ ਹੈ, ਤਾਂ ਔਰਤਾਂ ਨੂੰ ਕਿਵੇਂ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ, ਔਰਤਾਂ ਨੂੰ ਵੀ ਜਾਂ ਹੋਰ ਗਰੀਬ ਸੈਕਸ਼ਨਾਂ ਨੂੰ ਵੀ, ਜਿੱਥੇ ਉਹਨਾਂ ਦੀ ਸਕਿੱਲ ਦੇ ਤੌਰ 'ਤੇ ਸਿਖਲਾਈ ਵੀ ਹੋ ਜਾਂਦੀ ਹੈ, ਅਤੇ ਸਿਖਲਾਈ ਦੇ ਨਾਲ ਦੀ ਨਾਲ ਸਾਹਮਣੇ ਵਾਲਿਆਂ 'ਤੇ ਇੱਕ ਪ੍ਰੈਸ਼ਰ ਵੀ ਪੈਂਦਾ। ਮੰਨ ਲਓ ਹੁਣ ਜੇਕਰ ਥੋੜ੍ਹਾ ਜਿਹਾ ਵੀ ਸੀਰੀਅਸ ਸਾਡੀ ਪੋਲੀਟਿਕਸ ਹੋਵੇ, ਉਹਨਾਂ ਔਰਤਾਂ ਨੇ 2 ਤਾਂ ਮਤੇ ਇਹ ਪਾਸ ਕੀਤੇ ਨੇ, 3 ਕੀਤੇ ਨੇ ਬੇਸਿਕਲੀ। ਤਾਂ ਇੱਕ ਤਾਂ ਜ਼ਰੂਰੀ ਵਸਤਾਂ ਦੇ ਕਾਨੂੰਨ ਦੇ ਖਿਲਾਫ ਹੈ ਨਾ, ਉਹਨਾਂ ਨੇ ਕੀਤਾ। ਚਲੋ ਇਹ 'ਤੇ ਤਾਂ ਰੌਲਾ ਪੈ ਹੀ ਰਿਹਾ ਕਿ 3 ਵਾਪਸ ਹੋਣੇ ਚਾਹੀਦੇ ਨੇ ਕਾਨੂੰਨ। ਵਿਰੋਧੀ ਧਿਰਾਂ ਵੀ ਬਾਹਰ ਹੁਣ, ਕਿਉਂਕਿ ਉਹ ਵੋਟਰ 'ਚ ਵਿਪ ਜਾਰੀ ਕੀਤਾ ਹੋਇਆ, ਇਸ ਕਰਕੇ ਉਹ ਵੀ ਬਾਹਰ ਖੜ੍ਹਦੇ ਨੇ ਹੁਣ ਲੈ ਕੇ। ਔਰ ਕਿਸਾਨਾਂ ਦਾ ਇਹ ਅਸਰ ਤਾਂ ਉਸ ਸੰਸਦ ਦਾ ਹੈਗਾ ਹੀ ਹੈ। ਅੱਗੇ ਕੀ ਕਰਦੀਆਂ ਸੀ ਪਾਰਟੀਆਂ? ਅੱਗੇ ਕਰਦੀਆਂ ਸੀ, ਮੁੱਦਾ ਉਠਾਉਂਦੀਆਂ ਸੀ, ਵਾਕਆਊਟ ਕੀਤਾ, ਚਲੋ ਜੀ ਉਹ ਵੀ ਆਪਣੇ ਬਿੱਲ ਪਾਸ। ਹੁਣ ਕਿੰਨੇ ਦਿਨ ਹੋ ਗਏ ਸੈਸ਼ਨ ਨਹੀਂ ਚੱਲ ਰਿਹਾ, ਮਤਲਬ ਬਾਹਰ ਤਾਂ ਨਹੀਂ ਆਉਂਦੇ, ਇਹ ਡਰ ਹੈ ਬਾਹਰੋਂ ਉੱਥੇ ਜਾ ਕੇ ਰੌਲਾ ਪਾਉਂਦੇ ਨੇ। ਅਤੇ ਇਹਦੇ ਨਾਲ ਨਾਲ ਹੁਣ ਦੂਜੀ ਗੱਲ ਇਹ ਹੈ ਕਿ ਜੇ ਔਰਤ ਸੰਸਦ ਨੇ ਇਹ ਮਤਾ ਪਾਸ ਕਰਤਾ ਕਿ ਸਾਡੇ 33% ਰਿਜ਼ਰਵੇਸ਼ਨ ਦਾ ਕਾਨੂੰਨ ਕਿੱਥੇ ਹੈ, ਤਾਂ ਹਰ ਸਿਆਸੀ ਪਾਰਟੀ ਨੂੰ ਇਹ 'ਤੇ ਬੋਲਣਾ ਚਾਹੀਦਾ। ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ, ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਮੇਨ 'ਚ ਉੱਠਣਾ ਚਾਹੀਦਾ ਕਿ ਭਾਈ ਉਹ ਔਰਤ ਸੰਸਦ ਨੇ ਮਤਾ ਪਾਇਆ। ਜਿਹੜੀਆਂ ਔਰਤ ਜੇ ਦੂਜੇ ਨਹੀਂ ਉਠਾਉਂਦੇ, ਘੱਟੋ ਘੱਟ ਇਹਨਾਂ ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਔਰਤ ਮੈਂਬਰ ਨੇ ਅੰਦਰ ਪਾਰਲੀਮੈਂਟ 'ਚ,
ਉਹਨਾਂ ਨੂੰ ਤਾਂ ਆਪਣੇ ਭਾਈਚਾਰੇ ਲਈ ਆਪਣੀ ਕਮਿਊਨਿਟੀ ਦੇ ਐਂਗਲ ਤੋਂ ਉਠਾਉਣਾ ਚਾਹੀਦਾ, ਬਿਲਕੁਲ ਉਹ ਮਤਲਬ ਅੰਦਰ ਉੱਠਣਾ ਚਾਹੀਦਾ। ਇਹ ਮੈਸੇਜ ਹੈ ਉਹਨਾਂ ਨੂੰ। ਜੇ ਅੰਦਰ ਨਹੀਂ ਉਠਾਉਂਦੇ ਤੇ ਪਾਰਟੀਆਂ ਦੀਆਂ ਜਕੜਾਂ ਨੇ, ਫਿਰ ਇਹਦਾ ਮਤਲਬ ਤੁਸੀਂ ਕਿਸੇ ਕਮਿਊਨਿਟੀ ਦੇ ਜਾਂ ਕਿਸੇ ਸਮਾਜਿਕ ਬਰਾਬਰੀ ਦੇ ਪੱਖ 'ਚ ਨਹੀਂ ਹੋ, ਤੁਸੀਂ ਬਹੁਤ ਜਕੜੇ ਹੋਏ ਉਸ ਪੱਧਰ 'ਤੇ। ਜਿਵੇਂ ਰਕੇਸ਼ ਟਕੈਤ ਦਾ ਕਈ ਵਾਰ ਬਿਆਨ ਚੱਲਦਾ ਅੱਜ ਕੱਲ੍ਹ ਕਿ ਬੀਜੇਪੀ ਦੀ ਸਰਕਾਰ ਨਹੀਂ ਹੈ। ਪਹਿਲਾਂ ਸਵਾਲ ਇਹ ਹੈ ਕਿ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਘਰਾਂ 'ਚ ਕੈਦ ਕੀਤੇ ਹੋਏ ਨੇ, ਜ਼ੁਬਾਨ ਬੰਦ, ਉਹਨਾਂ ਨੂੰ ਆਜ਼ਾਦ ਕਰਾਓ। ਇਹ ਸਰਕਾਰ, ਉਹ ਕਹਿੰਦਾ ਮੋਦੀ ਤੇ ਅਮਿਤ ਸ਼ਾਹ ਦੀ ਹੈ, ਇਹ ਉਹਨਾਂ ਦੇ ਮੋਹਰੇ ਦੇ ਤੌਰ ਤੇ ਕਾਰਪੋਰੇਟ ਚਲਾ ਰਿਹਾ ਜੀ ਸਰਕਾਰ। ਉਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਪਾਰਟੀਆਂ ਦਾ ਕਬਜ਼ਾ ਹੈ। ਜਿਹੜੇ ਹੇਠਲੇ ਬੰਦੇ, ਆਮ ਮੈਂਬਰ ਪਾਰਲੀਮੈਂਟ, ਜੇ ਚਾਹਣ ਵੀ ਕਿ ਹਾਂ ਇਹ ਗੱਲ ਠੀਕ ਹੈ ਅਸੀਂ ਉਠਾਉਣੀ ਹੈ, ਕਿਉਂਕਿ ਉਹ ਪਾਰਟੀਆਂ ਦੇ ਵਿਪ ਨੇ, ਪਾਰਟੀਆਂ ਦੇ ਖਿਲਾਫ ਜਾ ਨਹੀਂ ਸਕਦੇ। ਜੀ ਇਹ ਇੱਕ ਤਰੀਕਾ ਬਣਿਆ ਹੋਇਆ। ਪਰ ਉਹਨਾਂ ਨੂੰ ਇਹ ਔਰਤ ਜਿਹੜੀਆਂ ਬਾਹਰ ਔਰਤ ਸੰਸਦ ਹੈ, ਇਹਨੇ ਦੱਸਿਆ ਕਿ ਕੁਝ ਆਜ਼ਾਦ ਹੋਣਾ ਕਿਉਂ ਜ਼ਰੂਰੀ ਹੈ, ਆਪਣੀ ਗੱਲ ਬੇਬਾਕੀ ਨਾਲ ਕਹਿਣਾ ਕੀ ਜ਼ਰੂਰੀ ਹੈ। ਪਰ ਇਸ ਹਾਲਾਤ 'ਚ ਵੀ ਮੈਨੂੰ ਇਹ ਲੱਗਦਾ ਹੈ ਕਿ ਜੋ ਵੋਟ ਪਾਉਣਗੇ, ਵੋਟ ਦੇ ਵਿਪ ਤਾਂ ਟੈਕਨੀਕਲੀ ਤੁਸੀਂ ਉਹਦੇ ਨਾਲ ਜਾਂਦੇ ਹੋ, ਜੀ ਜੇ ਮੈਂਬਰਸ਼ਿਪ ਵੀ ਨਹੀਂ ਖਿਚਾਉਣੀ, ਪਰ ਬੋਲਣ ਤੋਂ ਤਾਂ ਕੋਈ ਨਹੀਂ ਰੋਕਦਾ ਤੁਹਾਨੂੰ। ਬੋਲ ਤਾਂ ਸਕਦੇ ਹੋ, ਇਹ ਗੱਲ ਕਹਿ ਸਕਦੇ ਹੋ। ਇਸ ਲਈ ਉਹ 33% ਵਾਲੀ ਗੱਲ ਵੀ ਕਹਿਣ ਦੀ ਲੋੜ ਹੈ। ਤੇ ਦੂਜੀ ਗੱਲ ਜਿਹੜੀ ਉਹ ਕਹਿੰਦੀਆਂ ਨੇ ਔਰਤਾਂ ਕਿ ਸਾਡੀ ਅਰਥ ਵਿਵਸਥਾ ਨੂੰ ਵੀ ਬਦਲਣ ਦੀ ਲੋੜ ਹੈ। ਸਾਡੇ ਆਰਥਿਕ ਭਾਈਚਾਰੇ 'ਚ ਮੰਨ ਲਓ ਡੇਅਰੀ ਦਾ ਜਿਹੜਾ ਧੰਦਾ ਹੈ, ਜੀ ਡੇਅਰੀ ਦੇ ਮਾਮਲੇ ਦੇ ਵਿੱਚ ਜਿੰਨਾ ਖੇਤੀ 'ਚੋਂ ਟੋਟਲ ਕੁੱਲ GDP ਪੈਦਾ ਹੁੰਦੀ ਹੈ, ਕੁੱਲ ਘਰੇਲੂ ਪੈਦਾਵਾਰ, ਉਹਦਾ ਤੀਜਾ ਹਿੱਸਾ ਡੇਅਰੀ 'ਚੋਂ ਆਉਂਦਾ ਅਤੇ ਇੰਪਲਾਇਮੈਂਟ ਵੀ ਤੀਜੇ ਹਿੱਸੇ ਤੋਂ ਜ਼ਿਆਦਾ ਡੇਅਰੀ ਦੇ ਵਿੱਚ। ਉਹ ਨਾਰਮਲੀ ਸਾਡੇ ਦੇਸ਼ ਦੇ ਵਿੱਚ ਵੱਡੀ ਗਿਣਤੀ 'ਚ 80-90% ਔਰਤਾਂ ਹੀ ਕਰਦੀਆਂ ਨੇ ਉਹ ਕੰਮ। ਜੀ ਸਾਰੇ ਲੋਕ ਆਪਣੇ ਕਲਚਰ ਹੈ ਘਰਾਂ ਦੇ ਵਿੱਚ, ਧਾਰਾਂ ਚੋਣ ਤੋਂ ਲੈ ਕੇ ਉਹਨਾਂ ਨੂੰ ਕੱਖ ਕੰਡਾ ਪਾਉਣ ਤੋਂ ਲੈ ਕੇ, ਇਹ ਸਾਰੀਆਂ ਔਰਤਾਂ ਕਰਦੀਆਂ ਨੇ। ਪਰ ਔਰਤ ਦਾ ਉਹਦੇ 'ਚ ਹਿੱਸਾ ਕਿੱਥੇ ਦਿਖਾਈ ਦੇ ਰਿਹਾ ਹੈ? ਔਰ ਉਹਨੂੰ ਤੁਸੀਂ ਔਰਤ ਨੂੰ ਇਹ ਸਟੇਟਸ ਨਹੀਂ ਦਿੱਤਾ ਜੇ ਸਾਡੇ ਸਮਾਜ 'ਚ, ਸਾਡੇ ਦੇਸ਼ ਦੇ ਵਿੱਚ ਕਾਨੂੰਨੀ ਤੌਰ 'ਤੇ। ਜੇ ਔਰਤ ਦਾ ਮਾਮਲਾ ਹੁੰਦਾ ਹੈ, ਉਹ ਕਹਿੰਦੇ ਨੇ ਕਿਸਾਨ ਦੀ ਪਤਨੀ, ਜੀ ਔਰਤ ਕਿਸਾਨ ਰਿਕੋਗਨਾਈਜ਼ਡ ਨਹੀਂ ਹੈ, ਮਾਨਤਾ ਨਹੀਂ ਹੈ ਕਿ ਉਹ ਵੀ ਜਨਮ ਤੋਂ, ਜੇ ਉਹ ਦੋਨੋਂ ਬਰਾਬਰ ਨੇ ਤਾਂ ਉਹ ਵੀ ਕਿਸਾਨ ਹੈ ਤੇ ਉਹ ਵੀ ਕਿਸਾਨ ਹੈ, ਦੋਨਾਂ ਦਾ ਬਰਾਬਰ ਦਾ ਇੱਕ ਸਿਸਟਮ ਹੋਣਾ ਚਾਹੀਦਾ ਹੈ। ਉਹ ਜਿਹੜੀ ਕਾਨੂੰਨੀ ਤੇ ਨਿਯਮਾਂ 'ਚ ਤਬਦੀਲੀ ਦਾ ਮੈਸੇਜ ਇਹਨੇ ਦਿੱਤਾ ਹੈ, ਤਾਂ ਇਹ ਵੀ ਪਾਰਲੀਮੈਂਟ ਨੂੰ ਸੋਚਣਾ ਚਾਹੀਦਾ। ਤੇ ਬਾਕੀ ਚੀਜ਼ਾਂ, ਜਿਹੜੇ ਡਾਟਾ ਕਲੈਕਸ਼ਨ ਸਾਡੀ ਹੁੰਦੀ ਹੈ, ਅੰਕੜੇ ਇਕੱਠੇ ਕਰਦੇ ਹਾਂ, ਜਦੋਂ ਸੁਈਸਾਈਡ ਹੁੰਦੇ ਨੇ ਜਿਨ੍ਹਾਂ 'ਤੇ ਅਸੀਂ ਗੱਲ ਕਰਦੇ ਹਾਂ, ਜੇ ਕੋਈ ਔਰਤ ਕਰਦੀ ਹੈ ਤਾਂ ਰਿਲੇਟਿਵ ਆਫ ਫਾਰਮਰ ਮੰਨਿਆ ਜਾਂਦਾ ਜੀ ਕਿ ਉਹ ਉਹਦੀ ਰਿਸ਼ਤੇਦਾਰ ਹੈ, ਨਾ ਕਿ ਉਹਨੂੰ ਕਿਸਾਨ ਦਾ ਦਰਜਾ। ਤਾਂ ਬਰਾਬਰੀ ਦਾ ਦਰਜਾ ਕਿੱਥੇ ਹੈ? ਜੀ ਇਹ ਸੁਨੇਹਾ ਜਿਹੜਾ ਉਹ ਸੰਸਦ ਦੇ ਰਹੀ ਹੈ, ਔਰਤ ਸੰਸਦ, ਇਹਦੇ ਗੁੱਝੇ ਤੇ ਪ੍ਰਤੱਖ ਬਹੁਤ ਸੁਨੇਹੇ ਨੇ। ਉਹ 'ਚ ਸਮਾਜ ਸੁਧਾਰ ਵੀ ਹੈ, ਉਹ 'ਚ ਸਿਆਸਤ ਸੁਧਾਰ ਵੀ ਹੈ, ਉਹਦੇ 'ਚ ਆਰਥਿਕ ਸੁਧਾਰ ਵੀ ਹੈ, ਉਹ 'ਚ ਸਾਰੀਆਂ ਟਾਈਪ ਦੀ ਬਰਾਬਰੀ ਦਾ ਕਨਸੈਪਟ ਵੀ ਹੈ, ਸੁਨੇਹਾ ਵੀ ਹੈ। ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਡੇ ਸਿਆਸਤਦਾਨਾਂ ਨੂੰ, ਸਾਡੇ ਬੌਧਿਕ ਤਬਕੇ ਨੂੰ, ਸਾਡੇ ਓਵਰਆਲ ਸਮਾਜ ਨੂੰ, ਓਵਰਆਲ ਜਨਤਕ ਜਥੇਬੰਦੀਆਂ ਨੂੰ, ਸਿਆਸੀ ਧਿਰਾਂ ਨੂੰ, ਸਭ ਨੂੰ ਮੰਥਨ ਕਰਨ ਦੀ ਲੋੜ ਹੈ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਅੱਜ ਔਰਤਾਂ ਹਰ ਖੇਤਰ ਦੇ ਵਿੱਚ ਅੱਗੇ ਵੱਧ ਕੇ ਜਿਹੜਾ ਹੈਗਾ ਮਰਦਾਂ ਦੇ ਬਰਾਬਰ ਭੂਮਿਕਾ ਨਿਭਾ ਰਹੀਆਂ ਨੇ, ਉਹਨਾਂ ਨਾਲ ਵੱਧ ਕੇ ਜਿਹੜਾ ਹੈ ਹਿੱਸਾ ਲੈ ਰਹੀਆਂ ਨੇ। ਇਸੇ ਤਰ੍ਹਾਂ ਕਿਸਾਨ ਅੰਦੋਲਨ ਹੋਵੇ, ਚਾਹੇ ਕਾਰੋਬਾਰ ਹੋਵੇ, ਚਾਹੇ ਖੇਤੀ ਖੇਤਰ ਹੋਵੇ, ਔਰਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ। ਅਤੇ ਕਿਸਾਨ ਸੰਸਦ ਦੇ ਵਿੱਚ ਵੀ ਔਰਤਾਂ ਨੇ ਜਿਹੜਾ ਹੈਗਾ ਬਹੁਤ ਵਧੀਆ ਢੰਗ ਨਾਲ 110 ਔਰਤਾਂ ਨੇ ਆਪਣੇ ਜਿਹੜੇ ਹੈਗੇ ਵਿਚਾਰ ਰੱਖੇ ਨੇ, ਜਨਤਕ ਮੁੱਦੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ, ਚਾਹੇ ਸਰਕਾਰ ਹੋਵੇ ਚਾਹੇ ਬੁੱਧੀਜੀਵੀ ਤਬਕਾ, ਉਹ ਔਰਤਾਂ ਦੇ ਹੱਕਾਂ ਲਈ ਕਿਸ ਤਰ੍ਹਾਂ ਦੀ ਆਵਾਜ਼ ਜਿਹੜੀ ਹੈਗੀ ਆ ਅੱਗੇ ਉਠਾਊਗਾ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।